ਕੈਨੇਡੀਅਨ ਸਬ ਟੀਵੀ ਤੇ ਮੈਂ ਸ਼ੀਤਲ ਠਾਕੁਰ ਖਬਰਾਂ ਦਾ ਬੁਲੇਟਿਨ ਲੈ ਕੇ ਹਾਜ਼ਰ ਹੋਈ ਹਾਂ। ਇੱਕ ਚਾਤ ਮਾਰਦਿਆਂ ਅੱਜ ਦੀਆਂ ਛੋਟੀਆਂ ਖਬਰਾਂ ਤੇ। ਅਮਰੀਕਾ ਨੇ ਚੀਨ ਪਾਕਿਸਤਾਨ ਦੀਆਂ 16 ਸੰਸਥਾਵਾਂ ਨੂੰ ਕੀਤਾ ਬਲੈਕਲਿਸਟ। ਚੀਨ ਨੇ ਅਮਰੀਕਾ ਨੂੰ ਦੱਖਣੀ ਚੀਨ ਸਾਗਰ ਦੇ ਵਿੱਚ ਫੌਜੀ ਗਤੀਵਿਧੀਆਂ ਰੋਕਣ ਦੇ ਲਈ ਕਿਹਾ। ਓਮਿਕਰੋਨ ਵੇਰੀਐਂਟ ਦੇ ਕਾਰਨ ਕੈਨੇਡਾ ਤੇ ਅਮਰੀਕਾ ਨੇ ਦੱਖਣੀ ਅਫਰੀਕੀ ਦੇਸ਼ਾਂ ਦੇ ਵਿਦੇਸ਼ੀਆਂ ਦੇ ਲਈ ਲਗਾਈ ਯਾਤਰਾ ਪਾਬੰਦੀ। ਕੈਨੇਡਾ ਦੇ ਵਿੱਚ ਕਿਸੇ ਹੋਰ ਦੇ ਨਾਮ ਤੇ ਹੇਠ ਨਕਲੀ ਨਰਸ ਬਣ ਕੇ ਨੌਕਰੀ ਕਰਨ ਵਾਲੀ ਔਰਤ ਹੋਈ ਗ੍ਰਿਫਤਾਰ। ਜੌਲੀ ਵੱਲੋਂ ਕੈਨੇਡੀਅਨਸ ਨੂੰ ਇਥੋਪੀਆ ਛੱਡਣ ਦੀ ਅਪੀਲ। ਨਵੇਂ ਕੋਵਿਡ-19 ਵੇਰੀਐਂਟ ਵਾਲੇ ਦੇਸ਼ਾਂ ਤੋਂ ਆਉਣ ਵਾਲੀਆਂ ਫਲਾਈਟਸ ਉੱਤੇ ਫੋਰਡ ਨੇ ਰੋਕ ਲਗਾਉਣ ਦੀ ਕੀਤੀ ਮੰਗ। ਕੋਰੋਨਾ ਦੇ ਨਵੇਂ ਵੇਰੀਐਂਟ ਓਮਿਕਰੋਨ ਨੇ ਵਧਾਈ ਦੁਨੀਆ ਦੇ ਵਿੱਚ ਚਿੰਤਾ। ਸੰਸਦ ਸੈਸ਼ਨ ਦੇ ਪਹਿਲੇ ਦਿਨ ਲੋਕ ਸਭਾ ਦੇ ਵਿੱਚ ਪੇਸ਼ ਹੋਵੇਗਾ ਖੇਤੀ ਕਾਨੂੰਨ। ਲਾਲੂ ਪ੍ਰਸਾਦ ਯਾਦਵ ਦੀ ਸਿਹਤ ਵਿਗੜੀ, ਦਿੱਲੀ ਏਮਸ ਦੇ ਵਿੱਚ ਕੀਤਾ ਭਰਤੀ। ਅੰਦੋਲਨ ਦਾ 1 ਸਾਲ ਹੋਇਆ ਪੂਰਾ, ਦਿੱਲੀ ਦੇ ਸਰਹੱਦ ਤੇ ਇਕੱਠੇ ਹੋਏ ਕਿਸਾਨ। ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਤਖਤ ਸ੍ਰੀ ਕੇਸਗੜ੍ਹ ਸਾਹਿਬ ਹੋਏ ਨਤਮਸਤਕ। ਮੁਹਾਲੀ ਅਦਾਲਤ ਨੇ ਸੁਖਪਾਲ ਖਹਿਰਾ ਨੂੰ ਨਹੀਂ ਦਿੱਤੀ ਰਿਮਾਂਡ, ਹਾਈ ਕੋਰਟ ਪਹੁੰਚੀ ਈਡੀ। ਅੰਮ੍ਰਿਤਸਰ ਦੇ ਵਿੱਚ ਗੁੰਡਾਗਰਦੀ ਦਾ ਹੋਇਆ ਨੰਗਾ ਨਾਚ, ਦੋ ਧਿਰਾਂ ਦੇ ਵਿਚਾਲੇ ਤਾਬੜਤੋੜ ਚਲੀਆਂ ਗੋਲੀਆਂ। ਹੁਣ ਖਬਰਾਂ ਵਿਸਥਾਰ ਨਾਲ। ਅਮਰੀਕਾ ਦੇ ਵਣਜ ਵਿਭਾਗ ਨੇ ਚੀਨ ਅਤੇ ਪਾਕਿਸਤਾਨ ਦੀਆਂ 16 ਇਕਾਈਆਂ ਸਮੇਤ ਕੁੱਲ 27 ਵਿਦੇਸ਼ੀ ਸੰਸਥਾਵਾਂ ਅਤੇ ਵਿਅਕਤੀਆਂ ਨੂੰ ਵਪਾਰਕ ਸੂਚੀ ਦੀ ਕਾਲੀ ਸੂਚੀ ਦੇ ਵਿੱਚ ਪਾ ਦਿੱਤਾ ਹੈ। ਅਮਰੀਕਾ ਨੇ ਇਹ ਕਦਮ ਪਾਕਿਸਤਾਨ ਦੀਆਂ ਅਸੁਰੱਖਿਅਤ ਪਰਮਾਣੂ ਗਤੀਵਿਧੀਆਂ ਜਾਂ ਫਿਰ ਬਲੈਕਲਿਸਟਿਕ ਮਿਜ਼ਾਈਲ ਪ੍ਰੋਗਰਾਮ ਦੀ ਮਦਦ ਲਈ ਚੁੱਕਿਆ ਹੈ। ਚੀਨ ਦੀਆਂ 8 ਤਕਨੀਕੀ ਸੰਸਥਾਵਾਂ ਨੂੰ ਇਸ ਸੂਚੀ ਦੇ ਵਿੱਚ ਜੋੜਿਆ ਗਿਆ, ਜਿਸ ਦੇ ਨਾਲ ਅਮਰੀਕਾ ਦੀ ਵੱਧਦੀ ਤਕਨੀਕੀ ਨੂੰ PRC ਦੇ ਕੁਆਂਟਮ ਕੰਪਿਊਟਿੰਗ ਨੂੰ ਬਚਾਉਂਦੀ ਹੈ, ਜਿਸ ਦਾ ਕੰਮ ਫੌਜ ਐਪਲੀਕੇਸ਼ਨ ਦਾ ਸਹਿਯੋਗ ਕਰਨਾ ਹੈ। ਇਹ ਹੈ ਕਿ ਕਾਊਂਟਰ ਸਟੀਲਥ ਅਤੇ ਕਾਊਂਟਰ ਸਬਮਰੀਨ ਐਪਲੀਕੇਸ਼ਨ ਅਤੇ ਇਸ ਤਕਨੀਕ ਨੂੰ ਤੋੜਨ ਦੀ ਸਮਰੱਥਾ ਅਤੇ ਉਸ ਨੂੰ ਇਸ ਤੋਂ ਬਚਾਉਣ ਦੀ ਤਕਨੀਕ ਵੱਲੋਂ ਜੁੜੀ ਹੋਈ ਹੈ। ਬਿਆਨ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਇਹ PRC ਆਧਾਰਿਤ ਤਕਨੀਕ ਪੀਪਲਜ਼ ਲਿਬਰੇਸ਼ਨ ਆਰਮੀ ਦੀ ਫੌਜ ਨੂੰ ਆਧੁਨਿਕੀਕਰਨ ਕਰਨ ਦੇ ਲਈ ਸਹਿਯੋਗ ਕਰਦਾ ਹੈ ਅਤੇ ਅਮਰੀਕਾ ਆਧਾਰਿਤ ਫੌਜ ਐਪਲੀਕੇਸ਼ਨ ਨੂੰ ਕਬਜ਼ੇ ਦੇ ਵਿੱਚ ਕਰਨ ਦੀ ਕੋਸ਼ਿਸ਼ ਵੀ ਕਰਦਾ ਹੈ। ਅਮਰੀਕਾ ਨੇ ਬਲੈਕਲਿਸਟ ਹੋਈ ਇਹਨਾਂ ਸੰਸਥਾਵਾਂ ਦੇ ਨਿਰਯਾਤ ਤੇ ਵੀ ਰੋਕ ਲਗਾ ਦਿੱਤੀ ਹੈ, ਕਿਉਂਕਿ ਇਹ PRC ਉਤਪਾਦਕ ਇਲੈਕਟ੍ਰੋਨਿਕ ਤੇ ਉਹ ਸਮੱਗਰੀ ਬਣਾਉਂਦੇ ਨੇ ਜੋ ਕਿ ਪੀਪਲਜ਼ ਲਿਬਰੇਸ਼ਨ ਆਰਮੀ ਦੇ ਆਧੁਨਿਕੀਕਰਨ ਦੇ ਵਿੱਚ ਸਹਿਯੋਗ ਕਰਦਾ ਹੈ। ਬਲੈਕਲਿਸਟ ਹੋਈਆਂ 27 ਸੰਸਥਾਵਾਂ ਦੇ ਵਿੱਚ ਕੁਝ ਸੰਸਥਾ ਜਾਪਾਨ ਅਤੇ ਸਿੰਗਾਪੁਰ ਦੀਆਂ ਨੇ, ਜਦੋਂ ਕਿ ਇੱਕ ਰੂਸ ਦੇ ਨਾਲ ਸੰਬੰਧਿਤ ਹੈ, ਜਿਸ ਨੂੰ ਮਿਲਟਰੀ ਐਂਡ ਯੂਜ਼ਰ ਸੂਚੀ ਦੇ ਵਿੱਚ ਸ਼ਾਮਲ ਕੀਤਾ ਗਿਆ। ਅਮਰੀਕਾ ਦੀ ਵਣਜ ਸਕੱਤਰ ਜੀਨਾ ਐਮਰੈਮੈਂਡੋ ਨੇ ਬਿਆਨ ਦੇ ਵਿੱਚ ਕਿਹਾ ਕਿ ਵਿਸ਼ਵ ਵਪਾਰ ਅਤੇ ਵਣਜ ਦਾ ਇਰਾਦਾ ਸ਼ਾਂਤੀ, ਖੁਸ਼ਹਾਲੀ ਅਤੇ ਚੰਗੀ ਤਨਖਾਹ ਵਾਲੀਆਂ ਨੌਕਰੀਆਂ ਦਾ ਸਮਰਥਨ ਕਰਨਾ, ਨਾ ਕਿ ਰਾਸ਼ਟਰੀ ਸੁਰੱਖਿਆ ਨੂੰ ਖਤਰੇ ਦੇ ਵਿੱਚ ਪਾਉਣਾ। ਸਰਕਾਰ ਦਾ ਇਹ ਫੈਸਲਾ PRC ਦੇ ਵਿੱਚ ਅਮਰੀਕੀ ਤਕਨੀਕ ਦੀ ਵੰਡ ਕਰੇਗਾ ਅਤੇ ਰੂਸ ਫੌਜ ਦੀ ਉન્નਤੀ ਅਤੇ ਗੈਰ ਪ੍ਰਸਾਰਿਤ ਚਿੰਤਾਵਾਂ ਜਿਵੇਂ ਕਿ ਪਾਕਿਸਤਾਨ ਦੀਆਂ ਪਰਮਾਣੂ ਗਤੀਵਿਧੀਆਂ ਅਤੇ ਬਲੈਕਲਿਸਟਿਕ ਮਿਜ਼ਾਈਲ ਪ੍ਰੋਗਰਾਮ ਦੇ ਲਈ ਕਾਰਗਰ ਹੋਵੇਗਾ। ਵਣਜ ਵਿਭਾਗ ਵਚਨਬੱਧ ਹੈ ਕਿ ਰਾਸ਼ਟਰੀ ਸੁਰੱਖਿਆ ਦੀ ਦੇਖਭਾਲ ਦੇ ਲਈ ਨਿਰਯਾਤਾਂ ਨੂੰ ਕਾਬੂ ਕਰਨ ਦੇ ਲਈ। ਉਧਰ ਚੀਨ ਦੀ ਫੌਜ ਨੇ ਵੀਰਵਾਰ ਨੂੰ ਅਮਰੀਕਾ ਨੂੰ ਵਿਵਾਦਿਤ ਦੱਖਣੀ ਚੀਨ ਸਾਗਰ ਦੇ ਵਿੱਚ ਨੇੜਿਓ ਜਾਸੂਸੀ ਦਖਲਅੰਦਾਜ਼ੀ ਅਤੇ ਉਕਸਾਉਣ ਦੀ ਕਾਰਵਾਈ ਨਾ ਕਰਨ ਦੇ ਲਈ ਕਿਹਾ। ਹਾਲ ਹੀ ਦੇ ਵਿੱਚ ਉਕਤ ਸਮੁੰਦਰੀ ਖੇਤਰ ਦੇ ਵਿੱਚ ਅਮਰੀਕਾ ਦੀ ਇਹ ਪਣਡੁੱਬੀ ਹਾਦਸਾਗ੍ਰਸਤ ਹੋ ਗਈ ਸੀ, ਜਿਸ ਤੋਂ ਬਾਅਦ ਚੀਨ ਨੇ ਇਹ ਬਿਆਨ ਦਿੱਤਾ ਕਿ ਪਿਛਲੇ ਮਹੀਨੇ ਦੱਖਣੀ ਚੀਨ ਸਾਗਰ ਅਤੇ ਪਣਡੁੱਬੀ ਦੇ ਅੰਦਰ ਇੱਕ ਵਸਤੂ ਦੇ ਨਾਲ ਟਕਰਾ ਗਈ ਸੀ। ਇਸ ਹਾਦਸੇ ਦੇ ਵਿੱਚ 11 ਸੈਨਿਕ ਜ਼ਖਮੀ ਹੋ ਗਏ ਸਨ। ਪਣਡੁੱਬੀ ਦੇ 2 ਸੀਨੀਅਰ ਅਧਿਕਾਰੀਆਂ ਨੂੰ ਅਮਰੀਕੀ ਨੇਵੀ ਦੇ ਵੱਲੋਂ ਬਰਖਾਸਤ ਕਰਨ ਤੇ ਚੀਨੀ ਰੱਖਿਆ ਮੰਤਰਾਲੇ ਦੇ ਬੁਲਾਰੇ ਸੀਨੀਅਰ ਕਰਨਲ ਵੀ ਕਿਆਨ ਨੇ ਇਸ ਮੀਡੀਆ ਨੂੰ ਕਿਹਾ ਕਿ ਜਦੋਂ ਇਹ ਦੁਰਘਟਨਾ ਹੋਈ ਹੈ ਤਾਂ ਉਸ ਵੇਲੇ ਤੋਂ ਅਮਰੀਕਾ ਦੇ ਅਜੀਬ ਅਤੇ ਗੁਪਤ ਰਵੱਈਏ ਨੇ ਚਿੰਤਾ ਪੈਦਾ ਕਰ ਦਿੱਤੀ ਹੈ। ਪਣਡੁੱਬੀ ਦੀਆਂ ਗਤੀਵਿਧੀਆਂ ਤੇ ਸਵਾਲ ਚੁੱਕਦਿਆਂ ਹੋਇਆਂ ਵੂ ਨੇ ਕਿਹਾ ਕਿ ਚੀਨ ਦਾ ਮੰਨਣਾ ਹੈ ਕਿ ਇਸ ਹਾਦਸੇ ਦੇ ਮੂਲ ਕਾਰਨ ਏਸ਼ੀਆ ਪ੍ਰਸ਼ਾਂਤ ਖੇਤਰ ਦੇ ਵਿੱਚ ਅਮਰੀਕੀ ਨੇਵੀ ਦੇ ਵੱਲੋਂ ਨੇੜਿਓਂ ਨਿਗਰਾਨੀ ਦਖਲਅੰਦਾਜ਼ੀ ਦੀ ਕਾਰਵਾਈ ਹੈ। ਇਸ ਤੋਂ ਇਲਾਵਾ ਅਮਰੀਕਾ ਦੱਖਣੀ ਚੀਨ ਸਾਗਰ ਦਾ ਫੌਜੀਕਰਨ ਅਤੇ ਸ਼ਿਪਿੰਗ ਤੇ ਏਕਾਧਿਕਾਰ ਸਥਾਪਿਤ ਕਰਨਾ ਚਾਹੁੰਦਾ ਹੈ। ਵੂ ਨੇ ਕਿਹਾ ਕਿ ਅਸੀਂ ਅਮਰੀਕਾ ਨੂੰ ਅਪੀਲ ਕਰਦੇ ਹਾਂ ਕਿ ਅਜਿਹੀਆਂ ਗਤੀਵਿਧੀਆਂ ਨੂੰ ਤੁਰੰਤ ਰੋਕੇ ਤਾਂ ਕਿ ਸੰਘਰਸ਼ ਦੇ ਹਾਲਾਤਾਂ ਤੋਂ ਬਚਿਆ ਜਾ ਸਕੇ। ਉਧਰ ਕੈਨੇਡਾ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਹੈ ਕਿ ਉਸਨੇ ਪਿਛਲੇ 14 ਦਿਨਾਂ ਦੇ ਵਿੱਚ ਅਫਰੀਕਾ ਦੇ ਦੱਖਣੀ ਹਿੱਸੇ ਦੀ ਯਾਤਰਾ ਕਰਨ ਵਾਲੇ ਵਿਦੇਸ਼ੀ ਯਾਤਰੀਆਂ ਦੇ ਦਾਖਲੇ ਤੇ ਪਾਬੰਦੀ ਲਗਾ ਦਿੱਤੀ ਹੈ। ਕੈਨੇਡਾ ਨੇ ਇਹ ਫੈਸਲਾ ਨਵੇਂ ਵੇਰੀਐਂਟ ਤੇ ਕੋਰੋਨਾ ਵਾਇਰਸ ਓਮਿਕਰੋਨ ਦੇ ਸਾਹਮਣੇ ਆਉਣ ਤੋਂ ਬਾਅਦ ਲਿਆ। ਸਰਕਾਰੀ ਮੰਤਰੀਆਂ ਨੇ ਇਹ ਵੀ ਕਿਹਾ ਹੈ ਕਿ ਪਿਛਲੇ 14 ਦਿਨਾਂ ਦੇ ਵਿੱਚ ਅਫਰੀਕਾ ਦੇ ਦੱਖਣੀ ਹਿੱਸੇ ਦੀ ਯਾਤਰਾ ਕਰਨ ਵਾਲੇ ਸਾਰੇ ਕੈਨੇਡੀਅਨ ਨਾਗਰਿਕਾਂ ਦੀ ਵੀ ਜਾਂਚ ਕੀਤੀ ਜਾਵੇਗੀ। ਪਿਛਲੇ 14 ਦਿਨਾਂ ਦੇ ਵਿੱਚ ਕੈਨੇਡਾ ਆਉਣ ਵਾਲੇ ਲੋਕਾਂ ਨੂੰ ਵੀ ਆਈਸੋਲੇਸ਼ਨ ਦੇ ਵਿੱਚ ਰਹਿਣ ਅਤੇ ਕੋਵਿਡ ਇਨਫੈਕਸ਼ਨ ਦੇ ਲਈ ਟੈਸਟ ਕਰਵਾਉਣ ਦੇ ਲਈ ਕਿਹਾ ਗਿਆ। ਇਸ ਦੇ ਨਾਲ ਹੀ ਅਮਰੀਕਾ ਨੇ ਵੀ ਨਵੇਂ ਵੇਰੀਐਂਟ ਦੇ ਫੈਸਲੇ ਦੇ ਮੱਦੇਨਜ਼ਰ ਦੱਖਣੀ ਅਫਰੀਕਾ ਤੇ 7 ਹੋਰ ਅਫਰੀਕੀ ਦੇਸ਼ਾਂ ਦੇ ਗੈਰ ਨਾਗਰਿਕਾਂ ਦੀ ਯਾਤਰਾ ਤੇ ਸੋਮਵਾਰ ਤੋਂ ਪਾਬੰਦੀ ਲਗਾਉਣ ਦਾ ਫੈਸਲਾ ਲਿਆ। ਤੁਹਾਨੂੰ ਦੱਸ ਦੇ ਕਿ ਵਿਸ਼ਵ ਸਿਹਤ ਸੰਗਠਨ ਯਾਨੀ ਕਿ WHO ਦੀ ਇੱਕ ਸਲਾਹਕਾਰ ਕਮੇਟੀ ਨੇ ਦੱਖਣੀ ਅਫਰੀਕਾ ਦੇ ਵਿੱਚ ਪਹਿਲੀ ਵਾਰ ਸਾਹਮਣੇ ਆਏ ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਨੂੰ ਬੇਹੱਦ ਤੇਜ਼ੀ ਦੇ ਨਾਲ ਫੈਲਣ ਵਾਲਾ ਚਿੰਤਾਜਨਕ ਕਿਸਮ ਦਾ ਕਰਾਰ ਦਿੱਤਾ ਹੈ। WHO ਨੇ ਇਹ ਕੋਰੋਨਾ ਦੇ ਨਵੇਂ ਵੇਰੀਐਂਟ ਨੂੰ ਯੂਨਾਨੀ ਅੱਖਰ ਓਮਿਕਰੋਨ ਦਾ ਨਾਮ ਦਿੱਤਾ। ਉਧਰ ਕੈਨੇਡਾ ਦੇ ਵਿੱਚ ਵੈਂਕੂਵਰ ਪੁਲਿਸ ਨੇ ਇੱਕ ਔਰਤ ਨੂੰ ਕਿਸੇ ਹੋਰ ਨਾਮ ਦੇ ਨਾਲ ਹੇਠ ਨਕਲੀ ਨਰਸ ਬਣ ਕੇ ਜਾਲਸਾਜ਼ੀ ਦੇ ਨਾਲ ਨੌਕਰੀ ਕਰਨ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ। ਗ੍ਰਿਫਤਾਰ ਔਰਤ ਦੀ ਪਛਾਣ 49 ਸਾਲਾ ਬ੍ਰਿਜਿਟ
ਕਲਰ ਰੌਕਸ ਦੇ ਵਜੋਂ ਕੀਤੀ ਗਈ ਹੈ। ਉਸਨੇ ਜੂਨ 2020 ਤੋਂ ਜੂਨ 2021 ਦੇ ਦਰਮਿਆਨ BC ਵੂਮਨ ਹਸਪੀਟਲ ਦੇ ਵਿੱਚ ਧੋਖਾਧੜੀ ਦੇ ਨਾਲ ਕੰਮ ਕਰਨ ਦਾ ਉਸਦੇ ਉੱਤੇ ਦੋਸ਼ ਲੱਗਿਆ ਹੈ। ਇਹ ਵੀ ਦੱਸਣਯੋਗ ਹੈ ਕਿ ਉਸਤੇ ਇਹੋ ਜਿਹੇ ਦੋਸ਼ ਓਨਟਾਰੀਓ ਦੇ ਵਿੱਚ ਵੀ ਲੱਗ ਚੁੱਕੇ ਨੇ ਅਤੇ ਹੁਣ ਵੀ ਲੱਗੇ ਨੇ। ਉਸਤੇ ਕੈਲਗਰੀ ਵਿਖੇ ਵੀ ਜਾਲੀ ਸਾਇੰਸ ਟੀਚਰ ਦੇ ਵਜੋਂ ਕੰਮ ਕਰਨ ਦੇ ਦੋਸ਼ ਲੱਗੇ ਸਨ। ਵੈਂਕੂਵਰ ਪੁਲਿਸ ਦੇ ਨਾਲ ਹੀ ਨਾਲ ਉਸਤੇ ਓਟਾਵਾ ਪੁਲਿਸ ਨੇ ਵੀ ਇਹੋ ਜਿਹੇ ਦੋਸ਼ ਲਗਾਏ ਨੇ। ਇਸ ਤੋਂ ਇਲਾਵਾ ਉਹ ਪਿਛਲੇ 30 ਸਾਲਾਂ ਦੇ ਵਿੱਚ ਵੱਖ-ਵੱਖ ਜਾਲਸਾਜ਼ੀਆਂ ਦੇ ਮਾਮਲਿਆਂ ਦੇ ਵਿੱਚ ਵੀ ਸਜ਼ਾਵਾਂ ਭੁਗਤ ਚੁੱਕੀ ਹੈ। ਉਧਰ ਦੇਸ਼ ਮੰਤਰੀ ਮਿਲੇਨੀ ਜੋਲੀ ਨੇ ਸ਼ੁੱਕਰਵਾਰ ਨੂੰ ਕੈਨੇਡੀਅਨਜ਼ ਨੂੰ ਅਪੀਲ ਕੀਤੀ ਹੈ ਕਿ ਉਹ ਫੌਰੀ ਤੌਰ ਦੇ ਉੱਤੇ ਤੋਪੀਆ ਛੱਡ ਦੇਣ। ਉਹਨਾਂ ਨੇ ਆਖਿਆ ਕਿ ਕੈਨੇਡਾ ਦੇ ਉੱਤੇ ਤੇਜ਼ੀ ਦੇ ਨਾਲ ਖਰਾਬ ਹੋ ਰਹੇ ਹਾਲਾਤਾਂ ਤੋਂ ਕਾਫੀ ਚਿੰਤਤ ਨੇ। ਇੱਕ ਬਿਆਨ ਦੇ ਵਿੱਚ ਜੋਲੀ ਨੇ ਆਖਿਆ ਕਿ ਐਡਨ ਅਬਾਬਾ ਦੇ ਵਿੱਚ ਕੈਨੇਡੀਅਨ ਅੰਬੈਸੀ ਨੂੰ ਖੁੱਲਾ ਰੱਖਿਆ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਉਸਦੇ ਪ੍ਰਧਾਨ ਮੰਤਰੀ ਐਬੀ ਅਹਿਮਦ ਦੇ ਸਰਕਾਰ ਤੇ ਟਿਗਰੇ ਰੀਜਨ ਦੇ ਬਾਗੀਆਂ ਦੇ ਦਰਮਿਆਨ ਇਸ ਸਾਲ ਤੋਂ ਵੀ ਵੱਧ ਸਮੇਂ ਤੋਂ ਸੰਘਰਸ਼ ਚੱਲ ਰਿਹਾ ਹੈ। ਉਧਰ ਪ੍ਰੀਮੀਅਰ ਡਗ ਫੋਰਡ ਦੇ ਵੱਲੋਂ ਟਾਵਾ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਅਜਿਹੇ ਸਾਰੇ ਦੇਸ਼ਾਂ ਤੋਂ ਉਡਾਨਾਂ ਬੰਦ ਕਰ ਦੇਣ ਅਤੇ ਉਹਨਾਂ ਦੇਸ਼ ਜਿਵੇਂ ਕਿ ਅਫਰੀਕਾ ਤੋਂ ਯਾਤਰੀਆਂ ਦੇ ਆਉਣ ਦੇ ਉੱਤੇ ਬੈਨ ਲਗਾ ਦੇਣ ਜਿੱਥੇ ਕੋਵਿਡ-19 ਦਾ ਨਵਾਂ ਵੇਰੀਐਂਟ ਮਿਲਿਆ ਹੈ। ਸ਼ੁੱਕਰਵਾਰ ਨੂੰ ਫੋਰਡ ਨੇ ਇੱਕ ਬਿਆਨ ਦੇ ਵਿੱਚ ਦੱਖਣੀ ਅਫਰੀਕਾ, ਬੋਤਸਵਾਨਾ ਤੇ ਹਾਂਗਕਾਂਗ ਦੇ ਵਿੱਚ ਕੋਵਿਡ-19 ਦੇ ਮਿਲੇ ਨਵੇਂ ਵੇਰੀਐਂਟ B11529 ਦੇ ਸੰਬੰਧ ਦੇ ਵਿੱਚ ਦਿੱਤਾ। ਫੋਰਡ ਨੇ ਆਖਿਆ ਕਿ ਉਹਨਾਂ ਨੂੰ ਓਨਟਾਰੀਓ ਦੇ ਚੀਫ ਮੈਡੀਕਲ ਆਫੀਸਰ ਆਫ ਹੈਲਥ ਡਾਕਟਰ ਕਿਰਨ ਮੂਰ ਨੇ ਕਈ ਦੇਸ਼ਾਂ ਦੇ ਵਿੱਚ ਮਿਲੇ ਇਸ ਨਵੇਂ ਵੇਰੀਐਂਟ ਦੇ ਬਾਰੇ ਦੱਸਿਆ ਤੇ ਨਾਲ ਹੀ ਨਾਲ ਇਹ ਵੀ ਆਖਿਆ ਕਿ ਇਹ ਵੀ ਪਤਾ ਲੱਗਿਆ ਹੈ ਕਿ ਇਸ ਵੇਰੀਐਂਟ ਦੇ ਉੱਤੇ ਕਿਸੇ ਵੈਕਸੀਨ ਦਾ ਅਸਰ ਵੀ ਨਹੀਂ ਹੁੰਦਾ। ਉਹਨਾਂ ਨੇ ਆਖਿਆ ਕਿ ਇਸ ਤੋਂ ਫੌਰਨ ਬਾਅਦ ਹੀ ਉਹਨਾਂ ਨੇ ਫੈਡਰਲ ਸਰਕਾਰ ਦੇ ਨਾਲ ਇਸ ਸੰਬੰਧ ਦੇ ਵਿੱਚ ਗੱਲਬਾਤ ਕੀਤੀ ਹੈ ਤੇ ਇਸ ਬਾਰੇ ਫੌਰੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਉਹਨਾਂ ਨੇ ਇਹ ਵੀ ਆਖਿਆ ਕਿ ਇਸ ਤਰ੍ਹਾਂ ਦੀ ਪਾਬੰਦੀ ਤੋਂ ਪਹਿਲਾਂ ਪਹੁੰਚਣ ਵਾਲੇ ਲੋਕਾਂ ਨੂੰ ਟੈਸਟ ਕੀਤਾ ਜਾਣਾ ਚਾਹੀਦਾ ਤੇ ਕੁਆਰੰਟਾਈਨ ਵੀ ਕੀਤਾ ਜਾਣਾ ਬਹੁਤ ਹੀ ਜ਼ਰੂਰੀ ਹੈ। ਉਹਨਾਂ ਨੇ ਆਖਿਆ ਕੈਨੇਡਾ ਪਹੁੰਚਣ ਵਾਲੇ ਸਾਰੇ ਪੈਸੇਂਜਰਸ ਦੇ ਪੁਆਇੰਟ ਆਫ ਅਰਾਈਵਲ ਉਤੇ ਮੁੜ ਟੈਸਟਿੰਗ ਸ਼ੁਰੂ ਕਰ ਦਿੱਤੀ ਜਾਣੀ ਚਾਹੀਦੀ ਹੈ। ਉਹਨਾਂ ਨੇ ਵੀ ਆਖਿਆ ਕਿ ਅਸੀਂ ਅਲਫਾ ਤੇ ਡੈਲਟਾ ਵਾਲੇ ਵੇਰੀਐਂਟਸ ਵਾਲੀਆਂ ਗਲਤੀਆਂ ਦੁਹਰਾ ਨਹੀਂ ਸਕਦੇ। ਉਧਰ ਦੱਖਣੀ ਅਫਰੀਕਾ ਦੇ ਵਿੱਚ ਕਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਦਾ ਪਤਾ ਲੱਗਣ ਅਤੇ ਇਸ ਨੂੰ ਲੈ ਕੇ ਦੁਨੀਆ ਭਰ ਦੇ ਵਿੱਚ ਪੈਦਾ ਹੋਏ ਖਦਸ਼ਿਆਂ ਦੇ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਵਿੱਚ ਕੋਵਿਡ-19 ਦੀ ਤਾਜ਼ਾ ਸਥਿਤੀ ਅਤੇ ਜਾਰੀ ਟੀਕਾਕਰਨ ਮੁਹਿੰਮ ਦੀ ਸਮੀਖਿਆ ਦੇ ਲਈ ਅੱਜ ਅਹਿਮ ਬੈਠਕ ਕੀਤੀ। ਇਹ ਜਾਣਕਾਰੀ ਸਰਕਾਰੀ ਅਧਿਕਾਰੀਆਂ ਨੇ ਦਿੱਤੀ ਹੈ। ਤੁਹਾਨੂੰ ਦੱਸ ਦਈਏ ਕਿ ਕਰੋਨਾ ਦੇ ਨਵੇਂ ਵੇਰੀਐਂਟ ਐਮੀਕਰੋਨ ਨੇ ਦੁਨੀਆ ਭਰ ਦੇ ਵਿੱਚ ਚਿੰਤਾ ਨੂੰ ਵਧਾ ਦਿੱਤਾ ਹੈ। ਕੋਵਿਡ-19 ਅਤੇ ਟੀਕਾਕਰਨ ਮੁਹਿੰਮ ਦੀ ਸਥਿਤੀ ਨੂੰ ਵੇਖਦਿਆਂ ਹੋਇਆਂ ਪ੍ਰਧਾਨ ਮੰਤਰੀ ਨੇ ਅੱਜ ਸੀਨੀਅਰ ਅਧਿਕਾਰੀਆਂ ਦੇ ਨਾਲ ਇੱਕ ਮਹੱਤਵਪੂਰਨ ਬੈਠਕ ਕੀਤੀ। ਦੇਸ਼ ਦੇ ਵਿੱਚ ਸ਼ਨੀਵਾਰ ਨੂੰ ਇੱਕ ਦਿਨ ਦੇ ਵਿੱਚ ਕਰੋਨਾ ਦੇ 8,318 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਪੀੜਤਾਂ ਦੀ ਗਿਣਤੀ 3,45,63,749 ਹੋ ਚੁੱਕੀ ਹੈ। ਕੇਂਦਰੀ ਸਿਹਤ ਮੰਤਰਾਲੇ ਦੇ ਵੱਲੋਂ ਸ਼ਨੀਵਾਰ ਨੂੰ ਜਾਰੀ ਅੰਕੜੇ ਦੇ ਮੁਤਾਬਕ ਦੇਸ਼ ਦੇ ਵਿੱਚ 465 ਹੋਰ ਲੋਕਾਂ ਦੇ ਵਾਇਰਸ ਦੇ ਨਾਲ ਮੌਤ ਤੋਂ ਮਗਰੋਂ ਮ੍ਰਿਤਕਾਂ ਦੀ ਗਿਣਤੀ ਵੱਧ ਕੇ 4,67,933 ਹੋ ਗਈ ਹੈ। ਦੇਸ਼ ਦੇ ਵਿੱਚ ਹੁਣ ਤੱਕ ਕੋਵਿਡ-19 ਰੋਕੂ ਟੀਕੇ ਦੀਆਂ ਕੁੱਲ 120.96 ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਨੇ। WHO ਦੀ ਇੱਕ ਕਮੇਟੀ ਨੇ ਕਰੋਨਾ ਵਾਇਰਸ ਦੇ ਇੱਕ ਨਵੇਂ ਰੂਪ ਨੂੰ ਐਮੀਕਰੋਨ ਦਾ ਨਾਮ ਦਿੱਤਾ ਅਤੇ ਇਸ ਨੂੰ ਬੇहद ਚਿੰਤਾਜਨਕ ਵੇਰੀਐਂਟ ਕਰਾਰ ਵੀ ਦਿੱਤਾ ਹੈ। ਕਰੋਨਾ ਵਾਇਰਸ ਦੇ ਇਸ ਨਵੇਂ ਰੂਪ ਦੇ ਸਾਹਮਣੇ ਆਉਣ ਮਗਰੋਂ ਅਮਰੀਕਾ, ਬ੍ਰਿਟੇਨ, ਕੈਨੇਡਾ, ਰੂਸ ਅਤੇ ਕਈ ਹੋਰ ਦੇਸ਼ਾਂ ਦੇ ਨਾਲ ਯੂਰਪੀ ਸੰਘਾਂ ਨੇ ਅਫਰੀਕੀ ਦੇਸ਼ਾਂ ਤੋਂ ਲੋਕਾਂ ਦੀ ਆਵਾਜਾਈ ਤੇ ਪਾਬੰਦੀ ਵੀ ਲਗਾ ਦਿੱਤੀ ਹੈ। ਉਧਰ ਕੇਂਦਰ ਸਰਕਾਰ ਤਿੰਨੋਂ ਵਿਵਾਦਪੂਰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੇ ਸੰਬੰਧੀ ਬਿੱਲ ਸੰਸਦ ਦੇ ਸਰਦ ਰੁੱਤ ਸੈਸ਼ਨ ਦੇ ਪਹਿਲੇ ਦਿਨ ਲੋਕ ਸਭਾ ਦੇ ਵਿੱਚ ਪੇਸ਼ ਕਰੇਗੀ। ਸੰਸਦ ਦਾ ਸਰਦ ਰੁੱਤ ਸੈਸ਼ਨ ਸੋਮਵਾਰ ਯਾਨੀ ਕਿ 29 ਨਵੰਬਰ ਤੋਂ ਸ਼ੁਰੂ ਹੋ ਰਿਹਾ ਅਤੇ ਲੋਕ ਸਭਾ ਦੇ ਪਹਿਲੇ ਹੀ ਦਿਨ ਹੀ ਕਾਰਜ ਸੂਚੀ ਦੇ ਵਿੱਚ ਖੇਤੀ ਰੱਦ ਬਿੱਲ 2021 ਨੂੰ ਸੂਚੀਬੱਧ ਕਰ ਦਿੱਤਾ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੀਤੀ 19 ਨਵੰਬਰ ਨੂੰ ਹੀ ਇਹਨਾਂ ਬਿੱਲਾਂ ਨੂੰ ਰੱਦ ਕਰਨ ਦਾ ਐਲਾਨ ਕਰ ਦਿੱਤਾ ਸੀ। ਇਸ ਤੋਂ ਬਾਅਦ ਪਿਛਲੇ ਬੁੱਧਵਾਰ ਨੂੰ ਕੇਂਦਰੀ ਕੈਬਨਿਟ ਦੀ ਬੈਠਕ ਦੇ ਵਿੱਚ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੇ ਸੰਬੰਧੀ ਇਸ ਬਿੱਲ ਨੂੰ ਮਨਜ਼ੂਰੀ ਵੀ ਦੇ ਦਿੱਤੀ ਗਈ ਸੀ। ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਬੈਠਕ ਦੇ ਵਿੱਚ ਇਹ ਵੀ ਕਿਹਾ ਕਿ ਸਰਕਾਰ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਕਾਰਵਾਈ ਤਰਜੀਹ ਦੇ ਆਧਾਰ ਦੇ ਉੱਤੇ ਸਰਦ ਰੁੱਤ ਸੈਸ਼ਨ ਦੇ ਪਹਿਲੇ ਹਫ਼ਤੇ ਦੇ ਵਿੱਚ ਹੀ ਸ਼ੁਰੂ ਕਰ ਦੇਵੇਗੀ। ਇਸ ਨੂੰ ਵੇਖਦੇ ਹੋਏ ਕਾਂਗਰਸ ਅਤੇ ਭਾਜਪਾ ਪਾਰਟੀ ਸਮੇਤ ਹੋਰ ਪਾਰਟੀਆਂ ਨੇ ਵੀ ਆਪੋ ਆਪਣੇ ਮੈਂਬਰਾਂ ਨੂੰ ਪਹਿਲੇ ਦਿਨ ਸਦਨ ਦੇ ਵਿੱਚ ਹਾਜ਼ਰ ਰਹਿਣ ਦੇ ਲਈ ਵਹਿਮਾ ਜਾਰੀ ਕੀਤਾ ਹੈ। ਤਿੰਨੋਂ ਖੇਤੀ ਕਾਨੂੰਨ ਬੀਤੇ ਸਾਲ ਸਤੰਬਰ ਮਹੀਨੇ ਦੇ ਵਿੱਚ ਪਾਸ ਕੀਤੇ ਗਏ ਨੇ, ਪਰ ਕਈ ਕਿਸਾਨ ਜਥੇਬੰਦੀਆਂ ਨੇ ਇਹਨਾਂ ਕਾਨੂੰਨਾਂ ਨੂੰ ਕਿਸਾਨ ਵਿਰੋਧੀ ਦੱਸਦਿਆਂ ਹੋਇਆਂ ਪਿਛਲੇ ਸਾਲ 26 ਨਵੰਬਰ ਨੂੰ ਇਹਨਾਂ ਦੇ ਖਿਲਾਫ ਅੰਦੋਲਨ ਸ਼ੁਰੂ ਕਰ ਦਿੱਤਾ ਸੀ। ਕਿਸਾਨ ਉਸ ਸਮੇਂ ਤੋਂ ਹੀ ਇਹਨਾਂ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਨੇ। ਸੰਸਦ ਦੇ ਸਰਦ ਰੁੱਤ ਸੈਸ਼ਨ ਦੇ ਦੌਰਾਨ ਤਿੰਨੋਂ ਖੇਤੀ ਕਾਨੂੰਨਾਂ ਦੀ ਵਾਪਸੀ ਦੇ ਲਈ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ 29 ਨਵੰਬਰ ਨੂੰ ਬਿੱਲ ਪੇਸ਼ ਕਰਨਗੇ। ਸੋਮਵਾਰ ਤੋਂ ਸ਼ੁਰੂ ਹੋ ਰਹੇ ਸੰਸਦ ਦੇ ਸਰਦ ਰੁੱਤ ਸੈਸ਼ਨ ਦੇ ਵਿੱਚ ਪੇਸ਼ ਕੀਤੇ ਜਾਣ ਵਾਲੇ 26 ਬਿੱਲਾਂ ਨੂੰ ਸੂਚੀਬੱਧ ਕਰ ਲਿਆ ਗਿਆ ਹੈ। ਇਹਨਾਂ ਪ੍ਰਸਤਾਵਿਤ ਬਿੱਲਾਂ ਦੇ ਵਿੱਚ ਵਿਵਾਦਿਤ ਖੇਤੀ ਕਾਨੂੰਨ ਵਾਪਸ ਲਏ ਜਾਣ ਦੇ ਨਾਲ ਸੰਬੰਧਿਤ ਬਿੱਲ ਵੀ ਸ਼ਾਮਲ ਨੇ। ਉਧਰ ਕਾਂਗਰਸ ਨੇ ਸ਼ੁੱਕਰਵਾਰ ਸੰਸਦ ਦੇ ਦੋਵਾਂ ਸਦਨਾਂ ਦੇ ਆਪਣੇ ਮੈਂਬਰਾਂ ਨੂੰ ਵਿਪ ਜਾਰੀ ਕਰਕੇ ਕਿਹਾ ਕਿ ਉਹ ਇਸ ਸੈਸ਼ਨ ਦੇ ਪਹਿਲੇ ਦਿਨ ਸੋਮਵਾਰ ਨੂੰ ਸੰਸਦ ਦੇ ਵਿੱਚ ਮੌਜੂਦ ਰਹਿਣ। ਕਾਂਗਰਸ ਦੇ 3 ਲਾਈਨਾਂ ਦੀ ਵਿਪ ਜਾਰੀ ਕੀਤੀ ਗਈ ਹੈ। ਮੁੱਖ ਵਿਰੋਧੀ ਪਾਰਟੀ ਨੇ ਆਪਣੇ ਸੰਸਦ ਮੈਂਬਰਾਂ ਨੂੰ ਇਹ ਵੀ ਕਿਹਾ ਕਿ ਸੋਮਵਾਰ ਸਵੇਰੇ 11 ਵਜੇ ਤੋਂ ਸੰਸਦ ਦੇ ਵਿੱਚ ਮੌਜੂਦ ਰਹਿਣ ਅਤੇ ਪਾਰਟੀ ਦੇ ਰੁਖ ਦਾ ਸਮਰਥਨ ਕਰਨ।
ਉਧਰ ਆਰਜੇਡੀ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਦੀ ਸਿਹਤ ਅਚਾਨਕ ਵਿਗੜ ਗਈ ਹੈ। ਉਹਨਾਂ ਨੂੰ ਦਿੱਲੀ ਏਮਜ਼ ਦੇ ਐਮਰਜੈਂਸੀ ਵਿਭਾਗ ਦੇ ਵਿੱਚ ਦਾਖਲ ਕਰਵਾਇਆ ਗਿਆ। ਵੀਰਵਾਰ ਨੂੰ ਲਾਲੂ ਪ੍ਰਸਾਦ ਯਾਦਵ ਪਟਨਾ 에ਅਰਪੋਰਟ ਤੋਂ ਦਿੱਲੀ ਦੇ ਲਈ ਰਵਾਨਾ ਹੋਏ ਸਨ। ਉੱਥੇ ਉਹਨਾਂ ਦੀ ਅਚਾਨਕ ਏਮਜ਼ ਦੇ ਐਮਰਜੈਂਸੀ ਵਿਭਾਗ ਦੇ ਵਿੱਚ ਉਹਨਾਂ ਨੂੰ ਦਾਖਲ ਕਰਵਾਉਣਾ ਪਿਆ। ਹਾਲਾਂਕਿ ਅਜੇ ਇਹ ਪਤਾ ਨਹੀਂ ਚੱਲ ਸਕਿਆ ਕਿ ਅਚਾਨਕ ਆਰਜੇਡੀ ਪ੍ਰਧਾਨ ਐਮਰਜੈਂਸੀ ਏਮਜ਼ ਵਿਭਾਗ ਦੇ ਵਿੱਚ ਦਾਖਲ ਕਿਉਂ ਹੋਏ ਨੇ। ਸਿਹਤ ਖਰਾਬ ਹੋਣ ਦੇ ਕਾਰਨ ਲਾਲੂ ਪ੍ਰਸਾਦ ਯਾਦਵ ਨੂੰ ਵੀਰਵਾਰ ਨੂੰ ਪਟਨਾ ਤੋਂ ਦਿੱਲੀ ਦੇ ਲਈ ਰਵਾਨਾ ਹੋਏ ਸਨ। ਉਧਰ ਕਿਸਾਨ ਅੰਦੋਲਨ ਨੂੰ 1 ਸਾਲ ਪੂਰੇ ਹੋਣ ਤੇ ਹਰਿਆਣਾ, ਪੰਜਾਬ, ਉੱਤਰ ਪ੍ਰਦੇਸ਼ ਅਤੇ ਦੇਸ਼ਾਂ ਦੇ ਹੋਰ ਹਿੱਸਿਆਂ ਤੋਂ ਕਿਸਾਨ ਸ਼ੁੱਕਰਵਾਰ ਨੂੰ ਦਿੱਲੀ ਦੀ ਸਰਹੱਦ ਤੇ ਜਮ੍ਹਾਂ ਹੋ ਚੁੱਕੇ ਨੇ। ਕਿਸਾਨ ਸਮੂਹਾਂ ਨੇ ਇਸ ਦੌਰਾਨ ਮੁੜ ਕਿਹਾ ਕਿ ਉਹਨਾਂ ਦਾ ਵਿਰੋਧ ਜਾਰੀ ਰਹੇਗਾ। ਅੱਜ ਸੈਂਕੜੇ ਦੀ ਗਿਣਤੀ ਦੇ ਵਿੱਚ ਕਿਸਾਨ ਤਿੰਨੋਂ ਖੇਤੀ ਕਾਨੂੰਨ ਵਿਰੁੱਧ ਅੰਦੋਲਨ ਦੀ ਪਹਿਲੀ ਵਰ੍ਹੇਗੰਢ ਮਨਾਉਣ ਦੇ ਲਈ ਸਿੰਘੂ ਟਿਕਰੀ ਗਾਜ਼ੀਪੁਰ ਬਾਰਡਰ ਦੇ ਉੱਤੇ ਪਹੁੰਚੇ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਪਿਛਲੇ ਹਫ਼ਤੇ 3 ਖੇਤੀ ਕਾਨੂੰਨ ਵਾਪਸ ਲੈਣ ਦਾ ਐਲਾਨ ਕਰਨ ਤੋਂ ਬਾਅਦ ਵੀ ਕਿਸਾਨਾਂ ਦਾ ਵਿਰੋਧ ਜਾਰੀ ਹੈ। ਉਹ ਲੰਬੇ ਸਮੇਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਨੂੰ ਇਸ ਨੂੰ ਸਵੀਕਾਰਨ ਦੀ ਗੱਲ ਤੇ ਅੜੇ ਹੋਏ ਸਨ। ਇਹਨਾਂ ਦੇ ਵਿੱਚ MSP यानी कि घट्टो घट समर्थन मूल ते गारंटी कानून बनाना भी हुण शामिल है, जो कि MSP स्वामीनाथन कमीशन दे वल्लों दित्तियां गईयां सिफारिशां दे अनुसार तय है। इस तो इलावा बिजली सोध बिल रद्द करना, अंदोलनकारी किसानां दे विरुद्ध मामले वापस लेना अते विरोध प्रदर्शन दौरान जान गवाउण वाले किसानां दे परिवारां नूं मदद राशि देना भी उन्हां दी मंग दा हुण हिस्सा है। दस्सणयोग है कि अगे दी कार्रवाई तय करन दे लई ਸਿੰਘੂ सरहद ते किसानां दी महा पंचायत चल रही है। भारतीय किसान यूनियन दे आगू राकेश टिकैत ने ट्वीट किया है कि MSP अते कानूनी गारंटी बनाना किसान दा अधिकार है। उत्थे किसानां ने 29 नवंबर तो हर दिन संसद दे विच ट्रैक्टर मार्च कड्ढण दी भी योजना बनाई है। इस दिन संसद दा सरदरुत सैशन शुरू होवेगा। इस दे विच ਦਿੱਲੀ ਦੀਆਂ ਸਰਹੱਦਾਂ ਤੇ ਕਿਸਾਨਾਂ ਨੂੰ ਇਕੱਠ ਨੂੰ ਦੇਖਦਿਆਂ ਹੋਇਆਂ ਕਿਸੇ ਵੀ ਸਥਿਤੀ ਦੇ ਨਾਲ ਨਜਿੱਠਣ ਦੇ ਲਈ ਦਿੱਲੀ ਪੁਲਿਸ ਨੇ ਸਰਹੱਦ ਤੇ ਪੁਲਿਸ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਹੋਇਆ ਹੈ। उधर पंजाब राज्यपाल बनवारी लाल पुरोहित शुक्रवार तख्त श्री केसगढ़ साहब नतमस्तक होए, जिथे रस भिन्नी बाणी दा कीर्तन भी सरवण उन्होंने किया। राज्यपाल विरासत ए खालसा म्यूजियम दे विच भी गए, जिथे वो म्यूजियम दे शानदार रख रखाव तो बेहद प्रभावित हुए। उन्होंने तख्त श्री केसगढ़ साहब ते लंगर हाल दे विच संगत दे विच बैठ के लंगर छकिया। तख्त श्री केसगढ़ साहब विखे राज्यपाल नूं मैनेजर भगवंत सिंह, SGPC मैंबर डॉक्टर दलजीत सिंह पिंडर, हैड ग्रंथी ज्ञानी प्रणाम सिंह, वधीक मैनेजर हरदेव सिंह दे वल्लों सरोपा अते तख्त साहब दी तस्वीर भेंट करके सन्मान किया गया। अपने श्री आनंदपुर साहब विखे पलेठी फेरी के दौरान राज्यपाल बनवारी लाल पुरोहित ने कहा कि उन्होंने मन के बहुत समय ते इच्छा सी कि खालसे की जन्म स्थली श्री आनंदपुर साहब विखे जाके तख्त श्री केसगढ़ साहब के दर्शन किए जान। उन्होंने कहा कि अज ये इच्छा पूरी हुई है। अपने दौरे के दौरान राज्यपाल विरासत ए खालसा पुजे, जिथे उन्होंने म्यूजियम का दौरा किया। उन्होंने कहा कि 550 साल इतिहास और सिख धर्म दी ਵੱਖ-ਵੱਖ घटनावां नूं जिस बाखूबी दे नाल इस थां ते दर्शाया गया, वो हर एक दा वखरा अते विशेष महत्व है। उन्होंने कहा कि इस बारे बहुत कुछ लिखिया जा सकता है। उन्होंने विरासत ए खालसा दी विजिटर बुक ते अपने दौरे के अनुभव भी साझे किए। इस मौके राज्यपाल के मुख सकत्तर JM बाला मुर्गन, ADC अमित तिवारी, डिप्टी कमिश्नर सोनाली गिरी, SSP विवेकशील सोनी, SDM केशव गोयल, DSP रमिंदर सिंह कालो, कार्यकारी सीनियर विरासत ए खालसा भुपिंदर सिंह चाना भी हाजिर सन। उधर ड्रग तस्करी, पासपोर्ट गड़बड़ी और मनी लॉन्ड्रिंग मामले के मुलाजम बनाए गए विधायक सुखपाल सिंह खैरा का रिमांड खत्म होने तो बाद इनफोर्समेंट डायरैक्टर ने मोहाली की अदालत से सुखपाल सिंह खैरा का होर रिमांड मंगया सी, पर अदालत ने रिमांड देने तो इनकार कर दिता सी। मोहाली अदालत ने उक्त हुक्म नूं ईडी के पंजाब और हरियाणा हाईकोर्ट के चुनौती दी है। ईडी ने कहा कि ड्रग मामले के मनी लॉन्ड्रिंग मामले के खैरा तो होर पुछगिछ करना चाहते हैं तो खैरा दी संपत्तियों की पड़ताल भी करना चाहते हैं, पर मोहाली कोर्ट ने सुखपाल खैरा का रिमांड नहीं दिता, जिसके चलते इन्वेस्टिगेशन अगे नहीं वध सकी। ईडी ने मोहाली कोर्ट नूं रिमांड दे लई डायरैक्शन देण दी मंग पटीशन दे विच कीती है। पटीशन ते सुनवाई करदे हाईकोर्ट ने सारे प्रतिविधियां नूं नोटिस भी जारी कर दिता है। खैरा दे वल्लों हाईकोर्ट दे विच पटीशन दाखल कीती गई है, जिस दे विच खैरा ने उन्हां दी गिरफ्तारी नूं सियासी रंजिश दस्सिया। उन्हां ने कहा कि 2015 दे विच दर्ज उक्त मामले दे विच गिरफ्तार मुलाजमां ने उन्हां दे विषय दे विच कोई बयान नहीं दिता सी, फिर भी इन्हां सालां तो बाद उन्हां दा नाम FIR दे विच जोड़िया गया अते उन्हां नूं गिरफ्तार भी कीता गया, जिस दी उच्च पद्धरी जांच दी मंग भी खैरा दे वल्लों कीती गई है। उधर अमृतसर दे विच बीती रात बच्चे नूं लैके झगड़े के दौरान गुंडागर्दी का नंगा नाच देखने को मिला। जानकारी के मुताबक यह मामला टैलीफोन एक्सचेंज और शास्त्री मार्केट इलाके का है। इत्थे बच्चे नूं लैके दो धिरां दे विच टप पत्थर चल गए। इस तो बाद मामला बहुत ही ज्यादा वध गया ते 40 तो 50 करीब राउंड फायरिंग की गई। इस दौरान पुलिस नूं तां पहलां उत्थों भजना पिया ते फिर पूरे शहर की पुलिस बुला के पूरे इलाके नूं सील कर दिता गया। फिलहाल एक धड़े दे वल्लों दूजे धड़े दे गैंगस्टर होने का दोष भी लगाया जा रहा। पुलिस CCTV कैमरे की फुटेज खंगालन दे विच लगी हुई है ते गुंडागर्दी की वीडियो दे विच लोकां दी पहचान कर रही है।
ਉਧਰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵਿਦੇਸ਼ ਰਹਿੰਦੇ ਪੰਜਾਬੀਆਂ ਨੂੰ ਚੰਨੀ ਸਰਕਾਰ ਵੱਡਾ ਤੋਹਫਾ ਦੇ ਸਕਦੀ ਹੈ। ਦਰਅਸਲ ਐਨਆਰਆਈ ਵੀਰਾਂ ਨੂੰ ਅਕਸਰ ਇਹ ਸ਼ਿਕਾਇਤ ਰਹਿੰਦੀ ਹੈ ਕਿ ਪੰਜਾਬ ਆਉਣ ਤੇ ਉਹਨਾਂ ਨੂੰ ਝੂਠੇ ਕੇਸਾਂ ਦੇ ਵਿੱਚ ਫਸਾਉਣ ਦੇ ਲਈ ਪਰਚੇ ਦਰਜ ਕੀਤੇ ਜਾਂਦੇ ਨੇ ਅਤੇ ਉਹਨਾਂ ਦੀਆਂ ਸੰਪਤੀਆਂ ਤੇ ਕਬਜ਼ੇ ਹੋ ਜਾਂਦੇ ਨੇ। ਹੁਣ ਚੰਨੀ ਸਰਕਾਰ ਇਸ ਸਮੱਸਿਆ ਨੂੰ ਹੱਲ ਕਰਨ ਦੇ ਲਈ ਜਲਦ ਨਵੀਂ ਪਾਲਿਸੀ ਲਿਆ ਸਕਦੀ ਹੈ, ਜਿਸ ਦੇ ਨਾਲ ਐਨਆਰਆਈ ਵੀਰਾਂ ਨੂੰ ਇਸ ਮਸਲੇ ਤੋਂ ਛੁਟਕਾਰਾ ਵੀ ਮਿਲ ਸਕਦਾ ਹੈ। ਇੱਕ ਇੰਟਰਵਿਊ ਦੇ ਵਿੱਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਗੱਲਬਾਤ ਕਰਦਿਆਂ ਹੋਇਆਂ ਉਹਨਾਂ ਨੇ ਕਿਹਾ ਕਿ ਜਦੋਂ ਵਿਦੇਸ਼ ਰਹਿੰਦੇ ਪੰਜਾਬੀਆਂ ਦੀਆਂ ਇਹ ਸਮੱਸਿਆਵਾਂ ਦੇ ਹੱਲ ਮੈਨੂੰ ਪਤਾ ਲੱਗੇ ਨੇ ਤੇ ਮੈਂ ਇੱਕ ਨਵੀਂ ਪਾਲਿਸੀ ਲਿਆਉਣ ਜਾ ਰਿਹਾ ਹਾਂ, ਜਿਸ ਦੇ ਨਾਲ ਵਿਦੇਸ਼ਾਂ ਦੀ ਸੰਪਤੀ ਤੇ ਕਬਜ਼ਾ ਹੋਣ ਜਾਂ ਫਿਰ ਝੂਠੇ ਪਰਚੇ ਦੀ ਨੌਬਤ ਨਹੀਂ ਆਵੇਗੀ। ਗੱਲਬਾਤ ਕਰਦੇ ਹੋਏ ਚੰਨੀ ਨੇ ਕਿਹਾ ਕਿ ਥੋੜੇ ਦਿਨਾਂ ਤੱਕ ਇਸ ਪਾਲਿਸੀ ਨੂੰ ਲੈ ਕੇ ਆ ਰਹੇ ਹਾਂ, ਜਿਸ ਦੇ ਅਨੁਸਾਰ ਫਰਦ ਦੇ ਵਿੱਚ ਲਿਖਿਆ ਜਾਵੇਗਾ ਕਿ ਐਨਆਰਆਈ ਦੀ ਪ੍ਰਾਪਰਟੀ ਹੈ। ਜੇਕਰ ਕਿਸੇ ਨੇ ਐਨਆਰਆਈ ਦੀ ਜ਼ਮੀਨ ਦੀ ਗਰਦਾਵਰੀ ਬਦਲਣੀ ਹੈ ਤਾਂ ਘੱਟ ਤੋਂ ਘੱਟ ਕਮਿਸ਼ਨਰ ਜਾਂ ਫਿਰ ਡਿਪਟੀ ਕਮਿਸ਼ਨਰ ਤੋਂ ਰਿਪੋਰਟ ਲੈਣੀ ਪਵੇਗੀ। ਇਸ ਮਗਰੋਂ ਵੀ ਜਦੋਂ ਤੱਕ ਐਨਆਰਆਈ ਦੀ ਸਹਿਮਤੀ ਨਹੀਂ ਆਉਂਦੀ ਉਸ ਸਮੇਂ ਤੱਕ ਗਰਦਾਵਰੀ ਨਹੀਂ ਬਦਲੇਗੀ। ਇਸ ਤਰ੍ਹਾਂ ਦੇ ਝੂਠੇ ਪਰਚਿਆਂ ਦੀ ਸ਼ਿਕਾਇਤ ਦੂਰ ਕਰਨ ਦੇ ਲਈ ਵੀ ਪਾਲਿਸੀ ਲਿਆਂਦੀ ਜਾ ਰਹੀ ਹੈ। ਉਧਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਐਲਾਨ ਕੀਤਾ ਕਿ ਪਾਰਟੀ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਨਸ਼ਿਆਂ ਦੇ ਝੂਠੇ ਕੇਸ ਦੇ ਵਿੱਚ ਫਸਾਉਣ ਦੀ ਕਾਂਗਰਸ ਦੀ ਸਾਜ਼ਿਸ਼ ਦੇ ਖਿਲਾਫ ਰੋਸ ਪ੍ਰਗਟਾਉਣ ਦੇ ਲਈ ਪਾਰਟੀ ਦੀ ਕੋਰ ਕਮੇਟੀ ਦੇ ਮੈਂਬਰ ਭਲਕੇ ਇੱਥੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਰਿਹਾਇਸ਼ ਦੇ ਅੱਗੇ ਗ੍ਰਿਫਤਾਰੀਆਂ ਦੇਣਗੇ। ਇੱਥੇ ਪਾਰਟੀ ਦੀ ਕੋਰ ਕਮੇਟੀ ਮੀਟਿੰਗ ਦੇ ਮਗਰੋਂ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਪਾਰਟੀ ਦੇ ਸੀਨੀਅਰ ਆਗੂ ਭਲਕੇ ਦੁਪਹਿਰ ਵੇਲੇ ਮੁੱਖ ਮੰਤਰੀ ਦੀ ਰਿਹਾਇਸ਼ ਅੱਗੇ ਗ੍ਰਿਫਤਾਰੀਆਂ ਦੇਣਗੇ। ਇਸ ਮਗਰੋਂ ਜ਼ਿਲ੍ਹਾ ਪੱਧਰ ਤੇ ਜੇਲ੍ਹ ਭਰੋ ਅੰਦੋਲਨ ਸ਼ੁਰੂ ਕੀਤਾ ਜਾਵੇਗਾ। ਕਾਂਗਰਸ ਪਾਰਟੀ ਦੇ ਵੱਲੋਂ ਅਕਾਲੀ ਦਲ ਦੇ ਪ੍ਰਧਾਨ ਖਿਲਾਫ ਝੂਠਾ ਕੇਸ ਦਰਜ ਕਰਨ ਦੀ ਸਾਜ਼ਿਸ਼ ਬੇਨਕਾਬ ਹੋਣ ਤੋਂ ਬਾਅਦ ਰਚੀ ਗਈ ਦੂਜੀ ਸਾਜ਼ਿਸ਼ ਦੇ ਵੇਰਵੇ ਸਾਂਝੇ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸਾਡੇ ਕੋਲ ਪੱਕੀ ਖਬਰ ਹੈ ਕਿ ਮੁੱਖ ਮੰਤਰੀ ਨੇ ਡੀਜੀਪੀ ਨੂੰ ਮਜੀਠੀਆ ਦੇ ਖਿਲਾਫ ਝੂਠਾ ਕੇਸ ਦਰਜ ਕਰਨ ਦੀਆਂ ਹਦਾਇਤਾਂ ਕੀਤੀਆਂ ਸਨ। ਉਹਨਾਂ ਨੇ ਕਿਹਾ ਕਿ ਅਜਿਹਾ ਮੁੱਖ ਮੰਤਰੀ ਦੇ ਪ੍ਰਦੇਸ਼ ਕਾਂਗਰਸ ਪ੍ਰਧਾਨ ਤੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਨਾਲ ਹੋਈ ਮੀਟਿੰਗ ਤੋਂ ਬਾਅਦ ਕੀਤਾ ਗਿਆ। ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਦੇ ਨਾਲ ਉਹਨਾਂ ਦੇ ਮੰਤਰੀ ਮੰਡਲ ਦੇ ਸਾਥੀ ਤੇ ਹੋਰ ਅਫਸਰ ਫੌਜਦਾਰੀ ਅਪਰਾਧ ਦੀ ਸਾਜ਼ਿਸ਼ ਦੇ ਵਿੱਚ ਸ਼ਾਮਲ ਨੇ। ਉਹਨਾਂ ਨੇ ਕਿਹਾ ਕਿ ਇਹਨਾਂ ਸਾਰਿਆਂ ਤੇ ਕੇਸ ਚਲਾਉਣਾ ਬਣਦਾ ਹੈ। ਉਹਨਾਂ ਨੇ ਕਿਹਾ ਕਿ ਸੂਬੇ ਦੇ ਵਿੱਚ ਅਕਾਲੀ ਦਲ ਤੇ ਬਸਪਾ ਗੱਠਜੋੜ ਸਰਕਾਰ ਬਣਨ ਤੇ ਸਾਰੇ ਝੂਠੇ ਕੇਸਾਂ ਦੀ ਜਾਂਚ ਦੇ ਲਈ ਕਮਿਸ਼ਨ ਗਠਿਤ ਕੀਤਾ ਜਾਵੇਗਾ ਅਤੇ ਉਹਨਾਂ ਨੇ ਇਸ ਗੱਲ ਦੀ ਵੀ ਮੰਗ ਕੀਤੀ ਹੈ ਕਿ ਨਸ਼ਿਆਂ ਦੇ ਸਾਰੇ ਕੇਸ ਦੀ ਜਾਂਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਮੌਜੂਦਾ ਜੱਜ ਦੀ ਨਿਗਰਾਨੀ ਹੇਠ ਕਰਵਾਈ ਜਾਵੇ। ਬਾਦਲ ਨੇ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਚੰਨੀ ਤੇ ਸਿੱਧੂ ਸਰਕਾਰ ਦੀ ਹਾਰ ਮੁਹਾਜ਼ ਤੇ ਸਫਲਤਾ ਤੋਂ ਲੋਕਾਂ ਦਾ ਧਿਆਨ ਪਾਸੇ ਕਰਨ ਵਾਸਤੇ ਅਕਾਲੀ ਆਗੂਆਂ ਦੇ ਖਿਲਾਫ ਬਦਲਾਖੋਰੀ ਕਰਨ ਦੀ ਦੌੜ ਦੇ ਵਿੱਚ ਇੱਕ ਦੂਜੇ ਨੂੰ ਨੀਵਾ ਵਿਖਾਉਣ ਤੇ ਤੁਲੇ ਹੋਏ ਨੇ। ਉਹਨਾਂ ਨੇ ਕਿਹਾ ਕਿ ਅਸੀਂ ਇਸ ਨੂੰ ਅਕਾਲੀ ਦਲ ਦੇ ਲਈ ਚੁਣੌਤੀ ਵਜੋਂ ਲੈਂਦੇ ਹਾਂ ਅਤੇ ਖੁੱਲ੍ਹਦਿਲੀ ਦੇ ਨਾਲ ਇਸ ਨੂੰ ਸਵੀਕਾਰ ਵੀ ਕਰਦੇ ਹਾਂ। ਉਹਨਾਂ ਨੇ ਕਿਹਾ ਕਿ ਦੇਸ਼ ਭਰ ਦੇ ਵਿੱਚ ਕਿਸੇ ਵੀ ਕਾਨੂੰਨ ਨੂੰ ਲਾਗੂ ਕਰਨ ਦੇ ਵਾਲੀਆਂ ਏਜੰਸੀਆਂ ਦੇ ਵੱਲੋਂ ਕਿਸੇ ਵੀ ਪੁਲਿਸ ਥਾਣੇ ਦੇ ਵਿੱਚ ਮਜੀਠੀਆ ਦੇ ਖਿਲਾਫ ਕੋਈ ਕੇਸ ਦਰਜ ਨਹੀਂ ਹੈ। ਉਹਨਾਂ ਨੇ ਕਿਹਾ ਕਿ ਹੁਣ ਨਵੀਂ ਸੱਤਾ ਤੇ ਨਸ਼ੇ ਦੇ ਵਿੱਚ ਚੂਰ ਚੰਨੀ ਉਸ ਰਾਹ ਪੈ ਕੇ ਵਿਖਾਉਣ ਜਿੱਥੇ ਹੋਰ ਫੇਲ ਹੋ ਗਏ ਨੇ। ਪਾਰਟੀ ਨੇ ਐਲਾਨ ਕੀਤਾ ਕਿ ਅਜਿਹੀਆਂ ਘਟੀਆਂ ਤਰਕੀਬਾਂ ਦੇ ਬਦਲਾਖੋਰੀ ਦੀਆਂ ਕਾਰਵਾਈਆਂ ਅਕਾਲੀ ਦਲ ਨੂੰ ਸਰਕਾਰ ਦੀ ਸਫਲਤਾ ਉਜਾਗਰ ਕਰਨ ਤੇ ਲੋਕਪ੍ਰਿਯਤਾ ਹਾਸਲ ਕਰਨ ਦੇ ਲਈ ਖੋਖਲੇ ਐਲਾਨਾਂ ਜੋ ਲਾਗੂ ਨਹੀਂ ਹੋ ਸਕੇ ਦੇ ਦੋਗਲੇਪਨ ਨੂੰ ਬੇਨਕਾਬ ਕਰਨ ਤੋਂ ਰੋਕ ਨਹੀਂ ਸਕਦੀਆਂ। ਇਸ ਦੌਰਾਨ ਅਕਾਲੀ ਦਲ ਨੇ ਕਿਸਾਨ ਅੰਦੋਲਨ ਦੀ ਜਿੱਤ ਦੀ ਸ਼ਲਾਘਾ ਵੀ ਕੀਤੀ। ਕਿਹਾ ਕਿ ਇਸ ਜਿੱਤ ਤੇ ਦੁਨੀਆ ਭਰ ਦੇ ਵਿੱਚ ਵਿਲੱਖਣ ਮਿਸਾਲ ਪੇਸ਼ ਕੀਤੀ ਹੈ, ਜਿੱਥੇ ਜਿੱਤ ਦਾ ਟੀਚਾ ਸ਼ਾਂਤੀਪੂਰਨ ਤੇ ਲੋਕਤੰਤਰੀ ਤਰੀਕੇ ਦੇ ਨਾਲ ਪ੍ਰਾਪਤ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਅਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੱਸਣਾ ਚਾਹੁੰਦੇ ਹਾਂ ਕਿ ਜੇਕਰ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਨੇ ਅਕਾਲੀ ਦਲ ਦੀ ਗੱਲ ਸੁਣੀ ਹੁੰਦੀ ਤਾਂ ਫਿਰ ਇਹ ਦਿਨ ਨਾ ਵੇਖਣੇ ਪੈਂਦੇ। ਉਹਨਾਂ ਨੇ ਕਿਹਾ ਅਕਾਲੀ ਦਲ ਨੇ ਕਿਸਾਨੀ ਸੰਘਰਸ਼ ਦੇ ਵਿੱਚ ਆਪਣਾ ਪੂਰਾ ਯੋਗਦਾਨ ਪਾਇਆ ਅਤੇ ਐਨਡੀਏ ਦੇ ਨਾਲੋਂ ਗੱਠਜੋੜ ਵੀ ਤੋੜਿਆ। ਕੇਂਦਰੀ ਵਜ਼ਾਰਤ ਦੀ ਛੱਡੀ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ 3 ਖੇਤੀ ਕਾਨੂੰਨਾਂ ਦੇ ਖਿਲਾਫ ਆਪਣਾ ਪਦਮ ਵਿਭੂਸ਼ਣ ਵੀ ਮੋੜ ਦਿੱਤਾ। ਉਹਨਾਂ ਨੇ ਕਿਹਾ ਕਿ ਕਿਸਾਨ ਅੰਦੋਲਨ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਪਾਈ ਯੋਗਦਾਨ ਨੂੰ ਵੀ ਚੇਤੇ ਕੀਤਾ ਅਤੇ ਮੰਗ ਕੀਤੀ ਹੈ ਕਿ ਕੇਂਦਰ ਸਰਕਾਰ ਐਮਐਸਪੀ ਨੂੰ ਕਾਨੂੰਨੀ ਹੱਕ ਬਣਾਵੇ ਅਤੇ ਕਿਸਾਨ ਖਿਲਾਫ ਸੰਘਰਸ਼ ਦੌਰਾਨ ਦਰਜ ਹੋਏ ਸਾਰੇ ਕੇਸ ਵਾਪਸ ਲਵੇ। ਇਸ ਦੇ ਨਾਲ ਹੀ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਅੱਜ ਫਿਲਹਾਲ ਇੰਨਾ ਹੀ। ਆਪਣੀ ਦੋਸਤ ਸ਼ੀਤਲ ਨੂੰ ਦਿਓ ਇਜਾਜ਼ਤ ਤੇ ਤੁਸੀਂ ਜੁੜੇ ਰਹੋ ਕੈਨੇਡੀਅਨ ਸਾਥ ਦੇ ਨਾਲ।